सुनो देखो ਸਾਹਿਤ ਪਾਠ। ਨਾਨਕ ਸਿੰਘ ਨਾਵਲਕਾਰ ਦੁਆਰਾ ਰਚਿਤ ਨਾਵਲ ਇੱਕ ਮਿਆਨ ਦੋ ਤਲਵਾਰਾਂ ਦਾ ਇਹ 43ਵਾਂ ਕਾਂਡ। ਮਹੀਨੇ ਦੇ ਲਗਭਗ ਹੋ ਗਿਆ ਸੀ ਉਹਨਾਂ ਨੂੰ ਕਾਬਲ ਆਇਆ। ਸ਼ਰਧਾਲੂਆਂ ਦੀ ਸੇਵਾ ਭਗਤੀ ਵਿੱਚ ਭਾਵੇਂ ਅਜੇ ਤੀਕ ਕੋਈ ਸਿਥਲਤਾ ਨਹੀਂ ਸੀ ਆਈ, ਪਰ ਇਹ ਵੀ ਤਾਂ ਬੁਰੀ ਗੱਲ ਸੀ ਕਿ ਵਰਿਆਂ ਛਿਮਾਹੀ ਬੱਤੀ ਉਹ ਇੱਥੇ ਪਥੱਲਾ ਹੀ ਮਾਰੀ ਰੱਖਦੇ। ਪਿੱਛੇ ਅੱਗੇ ਦਾ ਵੀ ਤਾਂ ਉਹਨਾਂ ਨੂੰ ਫਿਕਰ ਸੀ। ਆਪਣੇ ਜ਼ਿੰਮੇ ਲਏ ਹੋਏ ਕੰਮ ਦੀ ਚਿੰਤਾ ਹਰ ਵੇਲੇ ਉਹਨਾਂ ਦੇ ਸਿਰ ਤੇ ਸਵਾਰ ਰਹਿੰਦੀ ਸੀ, ਜਿਸ ਕਰਕੇ ਉਹਨਾਂ ਦਾ ਮਨ ਬਹੁਤ ਜ਼ਿਆਦਾ ਪਰੇਸ਼ਾਨ ਤੇ ਉੱਡਿਆ ਰਹਿੰਦਾ। ਪਰ ਵਾਹ ਲੱਗਦੀ ਉਹ ਆਪਣੇ ਮਨ ਦੀ ਹਾਲਤ ਨੂੰ ਸਿੱਖ ਸੇਵਕਾਂ ਦੀਆਂ ਨਜ਼ਰਾਂ ਤੋਂ ਲੁਕਾਈ ਰੱਖਣ ਦਾ ਯਤਨ ਕਰਦੇ, ਤੇ ਜਦ ਕਿਸਮਤ ਦੀ ਚੌਸਰ ਉੱਤੇ ਦਾ ਸਿੱਧਾ ਪੈਣ ਦਾ ਵਕਤ ਆਇਆ ਤਾਂ ਤਤਫਟ ਹੀ ਕੁਝ ਐਸਾ ਇਤਫਾਕ ਹੋਇਆ ਕਿ 3 ਕਾਣਿਆਂ ਵਿੱਚੋਂ ਪੌਂ 12 ਦੀ ਨਰਦ ਨਿਕਲ ਆਈ। ਹਰ ਰੋਜ਼ ਦੁਪਹਿਰਾਂ ਵੇਲੇ ਉਹ ਕੱਲਮ ਕੱਲੇ ਸੈਰ ਨੂੰ ਨਿਕਲ ਜਾਇਆ ਕਰਦੇ ਸਨ, ਭਾਵੇਂ ਕਿ ਇਸ ਸੈਰ ਦਾ ਮਨੋਰਥ ਆਪਣੇ ਕੰਮ ਬਾਰੇ ਭੱਜੋ ਨੱਠੀ ਸੀ। ਉਸ ਦਿਨ ਫਿਰਦੇ ਫਰਾਂਦੇ ਉਹ ਨਖਿਲ ਸ਼ਹਾਨਾ, ਜਿਹੜਾ ਕਾਬਲ ਵਿੱਚ ਸਭ ਤੋਂ ਸੁੰਦਰ ਬਾਗ ਸੀ, ਜਾ ਨਿਕਲੇ। ਪਹਿਲਾਂ ਵੀ ਕਈ ਵਾਰ ਉਹ ਉਸ ਥਾਂ ਨੂੰ ਵੇਖ ਚੁੱਕੇ ਸਨ। ਇਹ ਬਾਗ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ। ਦੁਪਹਿਰਾਂ ਢਲ ਰਹੀਆਂ ਸਨ। ਬਾਬਾ ਜੀ ਇੱਕ ਚਸ਼ਮੇ ਦੇ ਕੰਢੇ ਬੈਠੇ ਹੋਏ ਪਾਣੀ ਦੇ ਵਹਾਅ ਦਾ ਆਨੰਦ ਲੈ ਰਹੇ ਸਨ ਕਿ ਪਿੱਛੋਂ ਦੀ ਕਿਸੇ ਆਦਮੀ ਦਾ ਹੱਥ ਆ ਕੇ ਉਹਨਾਂ ਦੇ ਪੈਰ ਨਾਲ ਛੂਹਿਆ। ਪਰਤ ਕੇ ਉਹਨਾਂ ਤੱਕਿਆ। ਕੋਈ ਮੁੱਲਾ ਕਿਸਮ ਦਾ ਆਦਮੀ ਬੜੀ ਸ਼ਰਧਾ ਨਾਲ ਚਰਨ ਵੰਦਨਾ ਕਰ ਰਿਹਾ ਸੀ। ਇਹ ਕਹਿੰਦਾ ਹੋਇਆ, ਨਮਸਕਾਰ ਸਤਿਗੁਰੂ। ਇੱਕ ਮੁਸਲਮਾਨ ਦੇ ਮੂੰਹੋਂ ਸਿੱਖਾਂ ਵਾਲਾ ਇਹ ਵਾਕ ਸੁਣ ਕੇ ਬਾਬਾ ਜੀ ਨੂੰ ਕਾਫੀ ਅਚਰਜ ਹੋਇਆ। ਅਸ਼ੀਰਵਾਦ ਦੇਣ ਤੋਂ ਬਾਅਦ ਉਹਨਾਂ ਨੇ ਆਦਰ ਨਾਲ ਉਸ ਨੂੰ ਕੋਲ ਬਿਠਾਉਂਦਿਆਂ ਪੁੱਛਿਆ, ਆਓ ਸ਼ੇਖ ਸਾਹਿਬ, ਕਿੱਥੋਂ ਤਸ਼ਰੀਫ ਲਿਆਏ ਹੋ? ਸ਼ੇਖ ਨਹੀਂ ਜੀ, ਮੈਂ ਇੱਕ ਅਦਨਾ ਜਿਹਾ ਸਿੱਖ ਹਾਂ। ਉਸ ਦੱਸਿਆ, ਮੈਨੂੰ ਪਤਾ ਲੱਗਾ ਹੈ ਕਿ ਮੇਰੇ ਵਤਨ ਦੇ ਮਹਾਂਪੁਰਖ ਆਏ ਹੋਏ ਨੇ। ਨਾਂ ਤੁਹਾਡਾ ਤਾਂ ਪਹਿਲਾਂ ਵੀ ਸੁਣਿਆ ਹੋਇਆ ਸੀ, ਪਰ ਦਰਸ਼ਨ ਨਹੀਂ ਸਨ ਕਦੇ ਹੋਏ। ਆਪ ਦਾ ਦੌਲਤਖਾਨਾ ਹਰਨਪੁਰ ਸੋਢੀਆਂ ਹੈ ਨਾ? ਅਜਨਬੀ ਪਾਸੋਂ ਇੰਨੀਆਂ ਪਤੇ ਦੀਆਂ ਗੱਲਾਂ ਸੁਣ ਕੇ ਬਾਬਾ ਜੀ ਹੋਰ ਜ਼ਿਆਦਾ ਮੁਤਵਜ਼ਾ ਹੋਏ ਉਸ ਵੱਲ। ਖੁੱਲੇ ਤੌਰ ਤੇ ਗੱਲਾਂ ਦਾ ਸਿਲਸਿਲਾ ਛਿੜ ਪਿਆ। ਜਿਉਂ ਹੀ ਬਾਬਾ ਜੀ ਨੂੰ ਉਸਨੇ ਆਪਣਾ ਨਾਂ ਦੱਸਿਆ ਕਿ ਉਹਨਾਂ ਦੀ ਖੁਸ਼ੀ ਅਤੇ ਅਸਚਰਜਤਾ ਦਾ ਠਿਕਾਣਾ ਨਾ ਰਿਹਾ। ਇਹੋ ਸੀ ਉਹਨਾਂ ਦੀ ਅਸਾਮੀ, ਡਾਕਟਰ ਮਥੁਰਾ ਸਿੰਘ। ਸਾਡੇ ਪਿੰਡ ਦੇ ਜਵਾਈ ਹੋਣ ਤੋਂ ਛੁੱਟ ਤੁਸੀਂ ਗੁਰੂਆਂ ਦੀ ਸੰਤਾਨ ਵੀ ਹੋ, ਉਹ ਕਹਿ ਰਿਹਾ ਸੀ। ਇਸੇ ਕਰਕੇ ਜਦੋਂ ਮੈਨੂੰ ਆਪ ਦੀ ਆਮਦ ਬਾਰੇ ਪਤਾ ਲੱਗਾ, ਮੈਂ ਸੋਚਿਆ ਕਿਉਂ ਨਾ ਆਪਣੀ ਮੁਸ਼ਕਲ ਤੁਹਾਡੇ ਰਾਹੀਂ ਹੱਲ ਕਰਾਂ। ਇਸ ਤੋਂ ਬਾਅਦ ਡਾਕਟਰ ਮਥੁਰਾ ਸਿੰਘ ਨੇ ਕਾਫੀ ਕੁਝ ਉਹਨਾਂ ਨੂੰ ਦੱਸਿਆ, ਜਿਵੇਂ ਉਹਨਾਂ ਨੂੰ ਵਤਨੋਂ ਬੇਵਤਨ ਹੋ ਕੇ ਇੰਜ ਹੁਲੀਆ ਬਦਲਣ ਦੀ ਲੋੜ ਪਈ। ਅਚਨਚੇਤ ਐਡੀ ਵੱਡੀ ਮੁਰਾਦ ਮਿਲ ਜਾਣੀ ਬਾਬਾ ਜੀ ਲਈ ਇਹ ਇਤਨੀ ਮਹਾਨ ਖੁਸ਼ੀ ਸੀ, ਜਿਸ ਨੂੰ ਪਚਾ ਸਕਣਾ ਉਹਨਾਂ ਲਈ ਮੁਸ਼ਕਿਲ ਹੋ ਗਿਆ। ਤਤਫਟ ਹੀ ਉਹਨਾਂ ਨੇ ਆਪਣਾ ਰਵੱਈਆ ਐਸਾ ਬਣਾ ਲਿਆ ਜਿਸ ਤੋਂ ਡਾਕਟਰ ਮਥੁਰਾ ਸਿੰਘ ਨੂੰ ਜ਼ਰਾ ਵੀ ਸ਼ੱਕ ਨਾ ਰਹੇ ਕਿ ਬਾਬਾ ਜੀ ਨਾ ਕੇਵਲ ਉਸਦੇ ਸੱਚੇ ਸ਼ੁਭ ਚਿੰਤਕ ਨੇ, ਬਲਕਿ ਉਸਦੇ ਇਨਕਲਾਬੀ ਵਿਚਾਰਾਂ ਨਾਲ ਵੀ ਡੂੰਘੀ ਦਿਲਚਸਪੀ ਰੱਖਦੇ ਨੇ ਤੇ ਅੰਗਰੇਜ਼ਾਂ ਦੇ ਕੱਟੜ ਦੁਸ਼ਮਣ ਨੇ। ਲੈਕਚਰਬਾਜ਼ੀ ਦਾ ਹੁਨਰ ਤਾਂ ਉਹਨਾਂ ਕਿਤੋਂ ਲੈਣ ਨਹੀਂ ਸੀ ਜਾਣਾ, ਘਰ ਦੀ ਵਿਰਾਸਤ ਸੀ। ਅੱਧੇ ਕੁ ਘੰਟੇ ਦੀ ਕੋਸ਼ਿਸ਼ ਨਾਲ ਉਹਨਾਂ ਸਰੋਤੇ ਨੂੰ ਇਤਨਾ ਪ੍ਰਭਾਵਿਤ ਕਰ ਲਿਆ ਕਿ ਉਸਨੂੰ ਬਾਬਾ ਜੀ ਲਗਭਗ ਇਨਕਲਾਬੀ ਹੀ ਜਾਪਣ ਲੱਗ ਪਏ। ਖਾਸ ਕਰਕੇ ਉਦੋਂ ਤਾਂ ਡਾਕਟਰ ਮਥੁਰਾ ਸਿੰਘ ਨਿਹਾਲ ਹੀ ਹੋ ਉੱਠਿਆ ਜਦ ਬਾਬਾ ਜੀ ਨੇ ਉਸ ਨੂੰ ਦੱਸਿਆ ਕਿ ਉਹਨਾਂ ਦਾ ਲੜਕਾ ਵੀ ਗਦਰ ਪਾਰਟੀ ਵਿੱਚ ਹੈ, ਜਿਸ ਨੂੰ ਉਹਨਾਂ ਨੇ ਖੁਸ਼ੀ ਨਾਲ ਆਪਣੇ ਵਤਨ ਦੀ ਪਾਰਟੀ ਨੂੰ ਅਰਪਣ ਕੀਤਾ ਹੈ। ਆਪ ਕਦੋਂ ਤੱਕ ਵਾਪਸ ਜਾ ਰਹੇ ਹੋ ਸਤਿਗੁਰੂ? ਮਥੁਰਾ ਸਿੰਘ ਨੇ ਪੂਰੇ ਤੌਰ ਤੇ ਨਿਰਸ਼ੰਕ ਹੋ ਕੇ ਪੁੱਛਿਆ। ਬਹੁਤ ਜਲਦੀ, ਸ਼ਾਇਦ 1-2 ਦਿਨਾਂ ਤੱਕ। ਤਾਂ ਕਿਰਪਾ ਕਰਕੇ ਮੇਰਾ ਇੱਕ ਕੰਮ ਜ਼ਰੂਰ ਕਰਨਾ। ਇਸੇ ਮਤਲਬ ਲਈ ਹਾਜ਼ਰ ਹੋਇਆ। ਕੰਮ ਦੀ ਭਲੀ ਕਹੀ। ਬਾਬਾ ਜੀ ਉਦਾਰਤਾ ਨਾਲ ਬੋਲੇ, ਤੁਸੀਂ ਜਿਹੜੇ ਸਿਰ ਤੇ ਕਫਨ ਬੰਨ ਕੇ ਵਤਨ ਦੀ ਸੇਵਾ ਲਈ ਫਕੀਰ ਹੋਏ ਫਿਰਦੇ ਹੋ, ਆਪਣੀ ਜਾਨ ਤੱਕ ਵੀ ਜੇ ਮੈਨੂੰ ਤੁਸਾਂ ਲਈ ਵਾਰਨੀ ਪਵੇ ਤਾਂ ਦਰੇਗ ਨਹੀਂ ਕਰਾਂਗਾ। ਦੱਸੋ, ਮੈਂ ਤੁਹਾਡੇ ਕਿਸ ਕੰਮ ਆ ਸਕਦਾ ਹਾਂ? ਮਾਮਲਾ ਜ਼ਰਾ ਸੰਗੀਨ ਹੈ ਗੁਰਦੇਵ। ਕੁਝ ਜ਼ਰੂਰੀ ਕਾਗਜ਼ ਪੱਤਰ ਭੇਜਣੇ ਚਾਹੁੰਦਾ ਵਾਂ ਆਪ ਦੇ ਹੱਥ। ਲਓ, ਇਹ ਵੀ ਕੋਈ ਮੁਸ਼ਕਲ ਹੈ? ਜਿੱਥੇ ਵੀ ਕਹੋਗੇ ਪਹਿਲਾਂ ਪਹੁੰਚਾ ਕੇ ਫਿਰ ਘਰ ਜਾਵਾਂਗਾ। ਬੜੀ ਕਿਰਪਾ, ਮਥੁਰਾ ਸਿੰਘ ਨੇ ਬੇਨਤੀ ਕੀਤੀ। ਚਿੱਠੀਆਂ ਲਾਹੌਰ ਪਹੁੰਚਾਣੀਆਂ ਨੇ, ਪਤਾ ਠਿਕਾਣਾ ਲਿਖ ਦਿੱਤਾ ਹੈ। ਇਹ ਤਾਂ ਆਪ ਨੂੰ ਪਤਾ ਹੀ ਹੈ ਕਿ ਸਾਡੇ 7 ਸਾਥੀਆਂ ਨੂੰ ਫਾਂਸੀ ਦਿੱਤੀ ਜਾਣ ਵਾਲੀ ਹੈ ਜਲਦੀ ਹੀ। ਮੈਨੂੰ ਪਤਾ ਹੈ, ਬਾਬਾ ਜੀ ਬੋਲੇ। ਕਰਤਾਰ ਸਿੰਘ ਸਰਾਭਾ ਤੇ ਉਸਦੇ ਸਾਥੀਆਂ ਨੂੰ ਗੁਰੂ ਬੇੜਾ ਗਰਕ ਕਰੇ ਇਹਨਾਂ ਜ਼ਾਲਮ ਗੋਰਿਆਂ ਦਾ, ਜਿਨ੍ਹਾਂ ਨੇ ਤੇ ਲਗਾਤਾਰ ਕਿੰਨੇ ਹੀ ਮੋਟੇ-ਮੋਟੇ ਸਰਾਪ ਦਿੰਦੇ ਚਲੇ ਗਏ ਉਹ ਗੋਰਿਆਂ ਨੂੰ। ਚਿੱਠੀਆਂ ਦਾ ਮਨੋਰਥ ਪ੍ਰਗਟ ਕਰਦਿਆਂ ਡਾਕਟਰ ਮਥੁਰਾ ਸਿੰਘ ਨੇ ਬਾਬਾ ਜੀ ਨੂੰ ਵਿਸਥਾਰ ਨਾਲ ਦੱਸ ਦਿੱਤਾ ਕਿ ਇਸ ਵੇਲੇ ਭਾਵੇਂ ਗਦਰ ਪਾਰਟੀ ਹਰ ਪਹਿਲੂ ਤੋਂ ਨਾਕਾਮ ਰਹਿ ਚੁੱਕੀ ਹੈ, ਪਰ ਜਿਸ ਤਰ੍ਹਾਂ ਵੀ ਸੰਭਵ ਹੋ ਸਕੇ ਉਹਨਾਂ 7 ਦੇਸ਼ ਭਗਤਾਂ ਨੂੰ ਉਹਨਾਂ ਦੇ ਫਾਂਸੀ ਲੱਗਣ ਤੋਂ ਪਹਿਲਾਂ ਜੇਲ੍ਹ ਵਿੱਚੋਂ ਕੱਢਣ ਦੀ ਵਿਉਂਤ ਬਣਾਈ ਜਾ ਰਹੀ ਹੈ।
ਜਿਸ ਬਾਰੇ ਪੰਜਾਬ ਦੇ ਕੁਝ ਇਨਕਲਾਬੀ ਜਿਹੜੇ ਅੰਡਰਗਰਾਉਂਡ ਨੇ ਚਾਹੁੰਦੇ ਨੇ ਕਿ ਜੇਲ੍ਹ ਦੀ ਫਸੀਲ ਨੂੰ ਬੰਬਾਂ ਨਾਲ ਉਡਾਇਆ ਜਾਵੇ। ਉਹ ਪੰਜਾਬ ਛੱਡਣ ਤੋਂ ਪਹਿਲਾਂ ਬੰਬਾਂ ਦਾ ਜ਼ਖੀਰਾ ਉੱਥੇ ਛੱਡ ਆਇਆ ਸੀ, ਜਿਨ੍ਹਾਂ ਵਿੱਚੋਂ ਕੁਝ ਮਾਮੂਲੀ ਕਿਸਮ ਦੇ ਬੰਬ ਤਾਂ ਪਾਰਟੀ ਨੇ ਪਹਿਲਾਂ ਉਹਨਾਂ ਦੇ ਦੱਸੇ ਟਿਕਾਣੇ ਤੋਂ ਪ੍ਰਾਪਤ ਕਰ ਲਏ ਸਨ, ਪਰ ਅਜੇ ਤੱਕ ਵੀ ਕੁਝ ਬੜੇ ਖਤਰਨਾਕ ਕਿਸਮ ਦੇ ਬੰਗਾਲੀ ਬੰਬ ਉਸਨੇ ਉੱਥੇ ਕਿਤੇ ਲੁਕਾਏ ਹੋਏ ਨੇ ਤੇ ਪਾਰਟੀ ਨੂੰ ਉਸੇ ਜ਼ਖੀਰੇ ਬਾਰੇ ਉਸਨੇ ਸੁਨੇਹਾ ਘੱਲਣਾ ਹੈ। ਤੇ ਮਥੁਰਾ ਸਿੰਘ ਨੇ ਦੱਸਿਆ, ਪਰ ਮੇਰੇ ਲਈ ਮੁਸ਼ਕਲ ਇਹ ਆ ਬਣੀ ਕਿ ਕਿਹੜੇ ਢੰਗ ਨਾਲ ਸੁਨੇਹਾ ਪਹੁੰਚਾਵਾਂ, ਜਦ ਕਿ ਹਾਲਾਤ ਐਸੇ ਹੋ ਗਏ ਨੇ ਕਿ ਚਿੱਠੀ ਲਿਖਣ ਦਾ ਕੋਈ ਵਸੀਲਾ ਦਿਖਾਈ ਨਹੀਂ ਦਿੰਦਾ। ਇਤਫਾਕ ਨਾਲ ਤੁਹਾਡੇ ਬਾਰੇ ਪਤਾ ਲੱਗਾ। ਜਦ ਬਾਬਾ ਜੀ ਨੇ ਖੁਸ਼ੀ ਨਾਲ ਉਸ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਤਾਂ ਡਾਕਟਰ ਨੇ ਉਹਨਾਂ ਨੂੰ ਕਿਹਾ ਤਾਂ ਕੱਲ ਠੀਕ ਇਸ ਵੇਲੇ ਮੈਂ ਉਹ ਕਾਗਜ਼ ਪੱਤਰ ਲੈ ਕੇ ਇੱਥੇ ਹੀ ਪਹੁੰਚ ਜਾਵਾਂਗਾ। ਇਤਨਾ ਕਹਿ ਕੇ ਚਰਨ ਵੰਦਨਾ ਕਰਕੇ ਉਹ ਚਲਾ ਗਿਆ। ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਗਲੇ ਤੱਕ ਭਰ ਕੇ ਜਦ ਬਾਬਾ ਜੀ ਡੇਰੇ ਪਹੁੰਚੇ ਤਾਂ ਜਾਂਦਿਆਂ ਹੀ ਉਹਨਾਂ ਐਲਾਨ ਕਰ ਦਿੱਤਾ ਕਿ ਉਹ ਪਰਸੋਂ ਸਵੇਰੇ ਵਾਪਸ ਜਾ ਰਹੇ ਨੇ। ਇਤਫਾਕ ਨਾਲ ਅਗਲੇ ਦਿਨ ਮੱਘਰ ਦੀ ਸੰਗਰਾਂਦ ਸੀ। ਰਾਤ ਦਾ ਹਨੇਰਾ ਹਰ ਪਾਸੇ ਫੈਲਿਆ ਹੋਇਆ ਸੀ। ਜਦ ਉਹ ਟਾਂਗੇ ਤੇ ਸਵਾਰ ਹੋ ਕੇ ਪੁਲਿਸ ਸਟੇਸ਼ਨ ਜਾ ਪਹੁੰਚੇ, ਉੱਥੋਂ ਦੇ ਇੰਸਪੈਕਟਰ ਜਨਰਲ ਨਾਲ ਉਹਨਾਂ ਦਾ ਵਾਰਤਾਲਾਪ ਕੋਈ ਘੰਟੇ ਦੇ ਕਰੀਬ ਜਾਰੀ ਰਿਹਾ ਤੇ ਉਸ ਤੋਂ ਬਾਅਦ ਪੂਰੇ ਤੌਰ ਤੇ ਨਿਸ਼ਚਿੰਤ ਹੋ ਕੇ ਉਹ ਵਾਪਸ ਮੁੜੇ। ਦਿਨ ਚੜ੍ਹਦਿਆਂ ਹੀ ਗੁਰਦੁਆਰੇ ਵਿੱਚ ਧੂਮ-ਧਾਮ ਦਿਖਾਈ ਦੇਣ ਲੱਗ ਪਈ। ਕੁਝ ਤਾਂ ਸੰਗਰਾਂਦ ਦਾ ਦਿਨ ਹੋਣ ਕਰਕੇ ਤੇ ਨਾਲੇ ਬਾਬਾ ਜੀ ਦੀ ਵਿਦਾਇਗੀ ਹੋਣੀ ਸੀ। ਕਥਾ ਦੀ ਸਮਾਪਤੀ ਤੋਂ ਬਾਅਦ ਸਿੱਖ ਸੇਵਕਾਂ ਤੇ ਦੂਸਰੇ ਪ੍ਰੇਮੀਆਂ ਵੱਲੋਂ ਚੜਾਵੇ ਆਉਣੇ ਸ਼ੁਰੂ ਹੋ ਗਏ। ਵੇਖਦਿਆਂ ਹੀ ਵੇਖਦਿਆਂ ਬਾਬਾ ਜੀ ਦੇ ਅੱਗੇ ਨੋਟਾਂ ਦੀ ਢੇਰੀ ਲੱਗ ਗਈ। ਨੋਟਾਂ ਤੋਂ ਛੁੱਟ ਤੋਹਫੇ ਵੀ ਸਨ। ਕਾਬਲੀ ਨਮਦੇ, ਵਧੀਆ ਪੱਟੂ ਗਲੀਚੇ, ਬਹੁਤ ਸਾਰੇ ਰੇਸ਼ਮੀ ਕੱਪੜੇ ਤੇ ਨਾਲੇ ਕਾਬਲ ਦੀ ਅਸਲ ਸੌਗਾਤ ਖੁਸ਼ਕ ਮੇਵੇ ਵੀ। 44ਵਾਂ ਕਾਂਡ। ਸਫ਼ਰ ਲਈ ਹਰ ਤਰ੍ਹਾਂ ਦੀ ਤਿਆਰੀ ਕਰ ਚੁੱਕਣ ਤੋਂ ਬਾਅਦ ਲੌਡੇ ਵੇਲੇ ਉਹ ਉਸੇ ਬਾਗ ਵਿੱਚ ਆਪਣੇ ਨਿਸ਼ਚਿਤ ਟਿਕਾਣੇ ਉੱਤੇ ਜਾ ਪਹੁੰਚੇ ਤੇ ਉਸ ਤੋਂ ਥੋੜੀ ਹੀ ਦੇਰ ਬਾਅਦ ਉਹੀ ਕੱਲ ਵਾਲਾ ਸੱਜਣ ਹਾਜ਼ਰ ਹੋਇਆ, ਜਿਸ ਨੇ ਬੜੀ ਇਹਤਿਆਤ ਨਾਲ 3-4 ਚਿੱਠੀਆਂ ਉਹਨਾਂ ਦੇ ਸਪੁਰਦ ਕੀਤੀਆਂ ਤੇ ਜਿੱਥੇ-ਜਿੱਥੇ ਜਿਸ ਮਨੋਰਥ ਲਈ ਜਾਂ ਜਿਸ ਆਦਮੀ ਨੂੰ ਪਹੁੰਚਾਉਣੀਆਂ ਸਨ, ਕੁਝ ਉਸਨੇ ਜ਼ੁਬਾਨੀ ਦੱਸਿਆ ਤੇ ਕੁਝ ਲਿਖ ਕੇ ਹਵਾਲੇ ਕੀਤਾ ਤੇ ਸਭੋ ਕੁਝ ਹਵਾਲੇ ਕਰ ਦੇਣ ਤੋਂ ਬਾਅਦ ਉਹ ਨਮਸਕਾਰ ਕਰਕੇ ਮੁੜ ਗਿਆ। ਕੁੱਲ 1 ਘੰਟੇ ਵਿੱਚ ਸਾਰਾ ਕੰਮ ਨਿਪਟਾ ਕੇ ਬਾਬਾ ਜੀ ਤੇਜ਼-ਤੇਜ਼ ਕਦਮੀ ਡੇਰੇ ਵੱਲ ਤੁਰ ਪਏ। ਰਾਤ ਪੈਂਦਿਆਂ ਹੀ ਬਾਬਾ ਜੀ ਨੇ ਆਪਣੇ ਆਪ ਨੂੰ ਆਮ ਨਜ਼ਰਾਂ ਤੋਂ ਲੁਕਾਉਣ ਦੇ ਖਿਆਲੋਂ ਪੱਟੂ ਦੀ ਬੁੱਕਲ ਮਾਰ ਕੇ ਕੱਲ ਵਾਲੇ ਵਕਤ ਮੁੜ ਪੁਲਿਸ ਸਟੇਸ਼ਨ ਤੇ ਜਾ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਇੰਸਪੈਕਟਰ ਦੀ ਜ਼ਬਾਨੀ ਜਿੰਨਾ ਕੁਝ ਸੁਣਿਆ, ਇਸ ਦੀ ਖੁਸ਼ੀ ਨੇ ਬਾਬਾ ਜੀ ਦਾ ਅੰਗ-ਅੰਗ ਨਿਸ਼ਾ ਦਿੱਤਾ। ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੇ ਦੱਸੇ ਹੋਏ ਹੁਲੀਏ ਵਾਲੇ ਆਦਮੀ ਨੂੰ ਫੜਨ ਲਈ ਵਕਤ ਤੋਂ ਕੁਝ ਅਗੇਤੀ ਹੀ ਪੁਲਿਸ ਦੀ ਪਾਰਟੀ ਸਫੈਦ ਕੱਪੜਿਆਂ ਵਿੱਚ ਬਾਗ ਅੰਦਰ ਦਾਖਲ ਹੋ ਗਈ ਸੀ ਤੇ ਜਿਉਂ ਹੀ ਬਾਬਾ ਜੀ ਨਾਲ ਗੱਲਾਂ ਕਰ ਚੁੱਕਣ ਤੋਂ ਬਾਅਦ ਉਹ ਆਦਮੀ ਬਾਗ ਦੇ ਵੱਡੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਕਿ ਫੌਰਨ ਕਾਬੂ ਕਰ ਲਿਆ ਗਿਆ। ਪਰ ਬਾਬਾ ਜੀ ਦਾ ਕੰਮ ਅਜੇ ਖਤਮ ਨਹੀਂ ਸੀ ਹੋਇਆ। ਉਹਨਾਂ ਨੇ ਆਪਣੀ ਕਾਰਗੁਜ਼ਾਰੀ ਬਾਬਤ ਸਰਟੀਫਿਕੇਟ ਵੀ ਤਾਂ ਪ੍ਰਾਪਤ ਕਰਨਾ ਸੀ ਇੰਸਪੈਕਟਰ ਜਨਰਲ ਪਾਸੋਂ। ਇਸ ਕੰਮ ਲਈ 1.5 ਘੰਟਾ ਉਹਨਾਂ ਨੂੰ ਰੁਕਣਾ ਪਿਆ ਤੇ ਜਦੋਂ ਉਹ ਆਈਜੀ ਦੀ ਚਿੱਠੀ ਪ੍ਰਾਪਤ ਕਰਨ ਤੋਂ ਬਾਅਦ ਪੁਲਿਸ ਥਾਣੇ ਤੋਂ ਬਾਹਰ ਨਿਕਲੇ ਤਾਂ ਖੁਸ਼ੀ ਦੇ ਵੇਗ ਵਿੱਚ ਉਹਨਾਂ ਦੇ ਦਿਲ ਦੀ ਧੜਕਣ ਵਧੀ ਹੋਈ ਸੀ। ਉਹਨਾਂ ਦੇ ਅੰਦਰੋਂ ਜਿਵੇਂ ਕੋਈ ਉੱਚੇ ਨਾਅਰੇ ਲਾ ਰਿਹਾ ਸੀ, ਹੁਣ ਨਹੀਂ ਲਈਦਾ, ਹੁਣ ਸਿੱਧਾ ਹਿਜ਼ ਆਨਰ ਗਵਰਨਰ ਪਾਸ ਜਾਵਾਂਗਾ। ਕੀ ਲੋੜ ਪਈ ਹੈ ਮੈਨੂੰ ਉਸ ਜੁੱਤੀ ਚੋਰ ਡੀਸੀ ਪਾਸ ਜਾਣ ਦੀ, ਜਦਕਿ ਇਸ ਵੇਲੇ ਇੰਨਾ ਕੁਝ ਮੇਰੇ ਹੱਥ ਵਿੱਚ ਹੈ। ਇੱਕ ਵੱਡੇ ਬਾਗੀ ਨੂੰ ਗ੍ਰਿਫਤਾਰ ਕਰਵਾ ਚੁੱਕਾ ਹਾਂ ਤੇ ਕਈਆਂ ਹੋਰਾਂ ਨੂੰ ਲਾਹੌਰ ਪਹੁੰਚਦਿਆਂ ਹੀ ਗ੍ਰਿਫਤਾਰ ਕਰਵਾ ਦਿਆਂਗਾ, ਜਿਨ੍ਹਾਂ ਦੇ ਪਤੇ ਠਿਕਾਣੇ ਹੀ ਨਹੀਂ, ਹੁਲੀਏ ਤੱਕ ਦਾ ਮੈਨੂੰ ਪਤਾ ਲੱਗ ਚੁੱਕਾ ਹੈ। ਨਾਲੇ ਉਹ ਬੰਬਾਂ ਦਾ ਜ਼ਖੀਰਾ, ਨਾਲੇ ਕਈਆਂ ਖੁਫੀਆ ਅੱਡਿਆਂ ਦੀ ਜਾਣਕਾਰੀ। ਰਾਤੋਂ ਰਾਤ ਛਾਪੇ ਮਰਵਾ ਕੇ ਦਿਨ ਚੜ੍ਹਦਿਆਂ ਤੀਕ ਮੈਂ ਇਸ ਪੋਜੀਸ਼ਨ ਵਿੱਚ ਹੋਵਾਂਗਾ ਕਿ ਪੰਜਾਬ ਦਾ ਸਾਰਾ ਪ੍ਰੈਸ ਮੇਰੇ ਕਾਰਨਾਮਿਆਂ ਨੂੰ ਫਖਰ ਨਾਲ ਛਾਪੇਗਾ। ਹਿਜ਼ ਆਨਰ ਦਾ ਮਨਜ਼ੂਰੀ ਨਜ਼ਰ ਤਾਂ ਪਹਿਲਾਂ ਤੋਂ ਹੀ ਹਾਂ। ਇੱਕ ਵਾਰੀ ਟਿਵਾਣਿਆਂ ਨੂੰ ਵੀ ਦੱਸ ਦਿਆਂਗਾ ਕਿ ਜ਼ੇਰ ਤੋਂ ਜ਼ਬਰ ਕਿਵੇਂ ਹੋਈਦਾ। ਤੇ ਸੰਗਰਾਂਦ ਤੋਂ ਦੂਸਰੇ ਦਿਨ ਜਦ ਉਹ ਸੰਗਤ ਪਾਸੋਂ ਵਿਦਿਆ ਹੋਏ ਤਾਂ ਉਹਨਾਂ ਦਾ ਰੋਮ ਆਪਣੇ ਗੁਰੂ ਪਰਮੇਸ਼ਰ ਦੀ ਸ਼ੁਕਰਗੁਜ਼ਾਰੀ ਵਿੱਚ ਖੀਵਾ ਹੋ ਚੁੱਕਾ ਸੀ, ਜਿਸ ਨੇ ਉਹਨਾਂ ਦੇ ਦੁੱਖਾਂ ਸੰਤਾਪਾਂ ਦਾ ਅੰਤ ਕਰਕੇ ਇੱਕ ਵਾਰ ਫੇਰ ਉਹਨਾਂ ਨੂੰ ਸਫਲਤਾ ਦਾ ਮੂੰਹ ਵਿਖਾਇਆ। ਰਸਤੇ ਦਾ ਸਫ਼ਰ ਬਾਬਾ ਜੀ ਨੇ ਆਰਾਮ ਤੇ ਉਤਸ਼ਾਹ ਨਾਲ ਗੁਜ਼ਾਰਿਆ। ਪਿਸ਼ਾਵਰ ਪਹੁੰਚ ਕੇ ਪਹਿਲਾਂ ਤਾਂ ਉਹਨਾਂ ਦੀ ਸਲਾਹ ਹੋਈ ਕਿ ਇੱਕ ਅੱਧ ਰਾਤ ਉੱਥੇ ਗੁਜ਼ਾਰ ਕੇ ਥਕਾਵਟ ਦੂਰ ਕਰ ਲੈਣ, ਪਰ ਖੁਸ਼ੀ ਤੇ ਕਾਮਯਾਬੀ ਦੀ ਹਵਾ ਨੇ ਉਹਨਾਂ ਨੂੰ ਟਿਕਣ ਨਾ ਦਿੱਤਾ। ਥਕਾਵਟ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਹਨਾਂ ਨੇ ਰਾਤ ਦੀ ਗੱਡੀ ਚੜ੍ਹਨ ਦਾ ਫੈਸਲਾ ਕਰ ਲਿਆ। ਹਿਜ਼ ਆਨਰ ਇਨੀ ਦਿਨੀ ਲਾਹੌਰ ਵਿੱਚ ਤਸ਼ਰੀਫ ਰੱਖ ਰਹੇ ਨੇ। ਬਾਬਾ ਜੀ ਨੂੰ ਇਸ ਦਾ ਪਹਿਲਾਂ ਤੋਂ ਹੀ ਪਤਾ ਸੀ, ਜਿਸ ਕਰਕੇ ਉਹਨਾਂ ਨੇ ਤਟਫਟ ਸਲਾਹ ਬਣਾ ਲਈ ਕਿ ਹਰਨਪੁਰ ਜਾਣ ਤੋਂ ਪਹਿਲਾਂ ਉਹਨਾਂ ਨੂੰ ਲਾਹੌਰ ਪਹੁੰਚਣਾ ਚਾਹੀਦਾ ਹੈ, ਤਾਂ ਜੋ ਲੱਗਦੇ ਹੱਥ ਗਵਰਨਰ ਸਾਹਿਬ ਦਾ ਤੁਆਰਫ ਹਾਸਲ ਕਰਕੇ ਆਪਣੀ ਕਾਰਗੁਜ਼ਾਰੀ ਉਹਨਾਂ ਦੀ ਖਿਦਮਤ ਵਿੱਚ ਪੇਸ਼ ਕਰ ਸਕਣ।
ਇਸੇ ਨਿਸ਼ਚੇ ਅਨੁਸਾਰ ਉਹ ਫਸਟ ਕਲਾਸ ਦੀ ਟਿਕਟ ਲੈ ਕੇ ਰਾਤ ਦੇ 10:30 ਵਜੇ ਕਲਕੱਤਾ ਮੇਲ ਵਿੱਚ ਸਵਾਰ ਹੋਏ। ਆਦਮੀ ਦਾ ਮਨ ਚੜ੍ਹਦੀਆਂ ਕਲਾਂ ਵਿੱਚ ਹੋਵੇ ਤਾਂ ਕਾਂ ਦੀ ਆਵਾਜ਼ ਵੀ ਉਸ ਨੂੰ ਕੋਇਲ ਦੀ ਸੁਰ ਸੁਣਾਈ ਦਿੰਦੀ ਹੈ। ਰੇਲ ਦੇ ਸਫ਼ਰ ਵਿੱਚ ਬਾਬਾ ਜੀ ਦੀ ਇਹ ਹਾਲਤ ਸੀ। ਅੱਜ ਤੋਂ ਮਹੀਨਾ ਪਹਿਲਾਂ ਜਿਹੜੀਆਂ ਗੱਲਾਂ ਨੂੰ ਖਿਆਲ ਵਿੱਚ ਲਿਆਉਂਦਿਆਂ ਹੀ ਉਹਨਾਂ ਦੇ ਸੋਤਰ ਸੁੱਕ ਜਾਂਦੇ ਸਨ, ਉਹੀ ਗੱਲਾਂ ਇਸ ਵੇਲੇ ਉਹਨਾਂ ਦੇ ਉਤਸ਼ਾਹ ਵਿੱਚ ਵਾਧਾ ਕਰੀ ਜਾ ਰਹੀਆਂ ਸਨ। ਇਸ ਵੇਲੇ ਵਧੇਰੇ ਕਰਕੇ ਉਹਨਾਂ ਦੀਆਂ ਸੋਚਾਂ ਨੂੰ ਜੇਲਮ ਦੇ ਡੀਸੀ ਨੇ ਮੱਲਿਆ ਹੋਇਆ ਸੀ। ਉਹ ਦੈਂ ਕੌਡੀਆਂ ਦਾ ਮਸਲਾ ਐਡਾ ਫਟੇਵਾ ਚੜ ਗਿਆ ਸੀ ਉਸ ਨੂੰ ਕਿ ਸੜੇ ਮੂੰਹੋਂ ਇੱਕ ਵਾਰੀ ਵੀ ਜਿਸਨੇ ਬਾਬਾ ਜੀ ਆਖ ਕੇ ਮੁਖਾਤਿਬ ਨਾ ਕੀਤਾ ਮੈਨੂੰ। ਜਿਵੇਂ ਉਸ ਬਾਜੀ ਨੂੰ ਵਿਸਰ ਹੀ ਗਿਆ ਸੀ ਕਿ ਬਾਬਾ ਸੁਖਦੇਵ ਸਿੰਘ ਕਿਹਨਾਂ ਦੀ ਸੰਤਾਨ ਹੈ, ਤੇ ਜਿਹੜੀਆਂ ਧੌਂਸਾਂ ਧਮਕੀਆਂ ਦਿੰਦਾ ਰਿਹਾ ਉਹ ਮੈਨੂੰ ਨਿਰੀ ਹੀ ਬਕਵਾਸ ਸੀ ਉਸਦੀ ਕਿ ਤੁਸੀਂ ਫੜੇ ਜਾਓਗੇ, ਤੁਹਾਡੇ ਉੱਤੇ ਮੁਕੱਦਮਾ ਚੱਲ ਸਕਦਾ ਹੈ, ਤੁਹਾਨੂੰ 3 ਤੋਂ 5 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਭਲਾ ਪੁੱਛੇ ਕੋਈ ਉਸ ਗਧੇ ਨੂੰ ਕਿ ਪੁੱਤਰ ਦੇ ਜੁਰਮ ਦਾ ਭਾਗੀ ਪਿਓ ਕਿਵੇਂ ਹੋ ਸਕਦਾ ਹੈ? ਇਤਨੇ ਜੋ ਬਾਕੀ ਹੁਣ ਤੱਕ ਫੜੇ ਜਾ ਚੁੱਕੇ ਨੇ, ਉਹਨਾਂ ਦੇ ਵਾਰਸਾਂ ਦੀ ਵਾਹ ਵੱਲ ਕਿਸੇ ਨਹੀਂ ਤੱਕਿਆ। ਡਾਕਟਰ ਮਥੁਰਾ ਸਿੰਘ, ਜਿਹੜਾ ਹਕੂਮਤ ਦੀਆਂ ਨਜ਼ਰਾਂ ਵਿੱਚ ਸਭ ਤੋਂ ਵੱਡਾ ਬਾਕੀ ਹੈ, ਉਸਦੇ ਰਿਸ਼ਤੇਦਾਰਾਂ ਨੂੰ ਕਦੇ ਕਿਸੇ ਨੇ ਅਲਫੋਂ ਬੇ ਨਹੀਂ ਆਖੀ। ਆਖਰ ਬਰਤਾਨੀਆ ਦਾ ਇਨਸਾਫ ਪਸੰਦ ਕਾਨੂੰਨ ਹੈ, ਕੋਈ ਨਾਦਰਸ਼ਾਹੀ ਰਾਸਤਾ ਨਹੀਂ। ਮਥੁਰਾ ਸਿੰਘ ਦਾ ਨਾਂ ਦਿਮਾਗ ਵਿੱਚ ਆਉਂਦਿਆਂ ਹੀ ਇੱਕ ਹੋਰ ਗੱਲ ਦਾ ਉਹਨਾਂ ਨੂੰ ਖਿਆਲ ਆ ਗਿਆ, ਜਿਸ ਬਾਰੇ ਹੁਣ ਤੋਂ ਪਹਿਲਾਂ ਉਹਨਾਂ ਸੋਚਿਆ ਹੀ ਨਹੀਂ ਸੀ। ਤੇ ਉਸ ਇਨਾਮ ਉੱਤੇ ਵੀ ਤਾਂ ਮੇਰਾ ਹੱਕ ਹੈ, ਜਿਹੜਾ 2000 ਪੰਜਾਬ ਸਰਕਾਰ ਨੇ ਉਸ ਦੀ ਗ੍ਰਿਫਤਾਰੀ ਲਈ ਨਿਯਤ ਕੀਤਾ ਹੋਇਆ ਹੈ, ਜਿਸ ਬਾਰੇ ਉਸ ਪਖੰਡੀ ਡੀਸੀ ਨੇ ਜ਼ਿਕਰ ਤੱਕ ਨਹੀਂ ਸੀ ਕੀਤਾ। ਹੁਣ ਸਮਝ ਵਿੱਚ ਆਇਆ ਉਸ ਦਾ ਲੁੱਚਪੁਣਾ। ਉਸਨੇ ਤਾਂ ਦੁਸ਼ਮਣ ਦੀ ਛਾਤੀ ਵਿੱਚ ਸੱਪ ਮਾਰਨ ਵਾਲੀ ਚਲਾਕੀ ਕੀਤੀ ਸੀ। ਦਰਅਸਲ ਸੱਪ ਮਰ ਜਾਏ ਤਾਂ ਵੀ ਜਿੱਤ ਉਸਦੀ, ਜੇ ਦੁਸ਼ਮਣ ਮਰ ਜਾਏ ਤਾਂ ਵੀ। ਮੁਲਜ਼ਮ ਕਾਬੂ ਆ ਜਾਵੇ ਤਾਂ ਉਸਦਾ ਕ੍ਰੈਡਿਟ ਲੈ ਜਾਣਾ ਸੀ ਉਸਨੇ। ਉਹ ਮੈਨੂੰ ਤਾਂ ਉਸਨੇ ਸੁੱਕਾ ਹੀ ਟਰਕਾ ਦੇਣਾ ਸੀ। ਕਿਤਨਾ ਬੇਵਕੂਫ ਬਣਾਇਆ ਉਸਨੇ ਮੈਨੂੰ। ਇਸੇ ਕਿਸਮ ਦੀਆਂ ਚੜ੍ਹਦੀਆਂ ਤੋਂ ਚੜ੍ਹਦੀਆਂ ਵਿਚਾਰਾਂ ਵਿੱਚ ਬਾਬਾ ਜੀ ਨੇ ਰੇਲ ਦਾ ਸਫ਼ਰ ਮੁਕਾਇਆ। ਗੱਡੀ ਲਾਹੌਰ ਦੇ ਸਟੇਸ਼ਨ ਤੇ ਪਹੁੰਚੀ। ਕੁਲੀ ਨੂੰ ਆਵਾਜ਼ ਦੇਣ ਦੀ ਬਾਬਾ ਜੀ ਨੂੰ ਲੋੜ ਹੀ ਨਹੀਂ ਪਈ। ਗੱਡੀ ਰੁਕਦਿਆਂ ਹੀ ਇੱਕ ਛੱਡ ਕੇ 2-3 ਕੁਲੀ ਡੱਬੇ ਵਿੱਚ ਆ ਵੜੇ। ਫਸਟ ਕਲਾਸ ਦੇ ਮੁਸਾਫਰਾਂ ਨੂੰ ਕੁਦਰਤੋਂ ਹੀ ਇਸ ਕਿਸਮ ਦੀਆਂ ਸਹੂਲਤਾਂ ਪ੍ਰਾਪਤ ਹੁੰਦੀਆਂ ਨੇ। ਸਮਾਨ ਉਹਨਾਂ ਪਾਸ ਬਹੁਤ ਸਾਰਾ ਸੀ, ਜਿਹੜਾ ਉਹ ਕਾਬਲ ਤੋਂ ਭੇਟਾ ਦੇ ਰੂਪ ਵਿੱਚ ਲੈ ਕੇ ਆਏ ਸਨ। ਜੋ ਕੁਲੀ ਨੇ ਮਜ਼ਦੂਰੀ ਦੇ ਲੋਭ ਵਿੱਚ ਇਕੱਲਿਆਂ ਹੀ ਸਾਰਾ ਚੁੱਕ ਲਿਆ ਤੇ ਉਸਦੇ ਅੱਗੇ ਲੱਗ ਤੁਰੇ। ਪਲੇਟਫਾਰਮ ਤੇ ਤੁਰੇ ਜਾਂਦਿਆਂ ਜਿਉਂ ਹੀ ਇੱਕ ਅਖਬਾਰੀ ਹਾਕਰ ਦੀ ਆਵਾਜ਼ 7 ਬਾਗੀਆਂ ਨੂੰ ਫਾਂਸੀ ਦੇ ਦਿੱਤੀ ਗਈ, ਉਹਨਾਂ ਦੇ ਕੰਨੀ ਪਈ ਕਿ ਧਿਆਨ ਉਹਨਾਂ ਦਾ ਉਧਰ ਖਿੱਚਿਆ ਗਿਆ। ਝਟਪਟ ਉਹਨਾਂ ਇੱਕ ਪਰਚਾ ਖਰੀਦ ਲਿਆ, ਜਿਸ ਦਾ ਸਿਰਲੇਖ ਉਹਨਾਂ ਪੜ੍ਹਿਆ। 18 ਨਵੰਬਰ ਦੀ ਸ਼ਾਮ ਨੂੰ 7 ਬਾਗੀਆਂ ਨੂੰ ਫਾਂਸੀ ਲਟਕਾ ਦਿੱਤਾ ਗਿਆ। ਉਸ ਤੋਂ ਛੋਟਾ ਸਿਰਲੇਖ ਸੀ, ਕਰਤਾਰ ਸਿੰਘ ਸਰਾਭਾ ਨੇ ਕੌਮੀ ਗੀਤ ਗਾਉਂਦਿਆਂ ਫਾਂਸੀ ਦੇ ਰੱਸੇ ਨੂੰ ਪਹਿਲਾਂ ਚੁੰਮਿਆ ਤੇ ਫਿਰ ਆਪ ਹੀ ਉਸਨੇ ਰੱਸੇ ਦਾ ਫੰਦਾ ਆਪਣੇ ਗਲ ਪਾਇਆ। ਪਲੇਟਫਾਰਮ ਤੇ ਤੁਰੇ ਜਾਂਦਿਆਂ ਦੋਹਾਂ ਸਿਰਲੇਖਾਂ ਨੂੰ ਪੜ੍ਹ ਕੇ ਬਾਬਾ ਜੀ ਦੇ ਦਿਲ ਨੂੰ, ਜਿਹੜਾ ਪਹਿਲਾਂ ਹੀ ਖੁਸ਼ੀ ਨਾਲ ਲਬਰੇਜ਼ ਸੀ, ਹੋਰ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਫਿਰ ਇੱਕ ਹੋਰ ਸੁਰਖੀ ਉੱਤੇ ਉਹਨਾਂ ਦੀ ਨਜ਼ਰ ਪਈ, ਭੱਲੋਵਾਲ ਵਿੱਚ ਇੱਕ ਭਿਆਨਕ ਕਤਲ ਤੇ ਆਤਮ ਹੱਤਿਆ। ਇਸ ਸੁਰਖੀ ਨੇ ਪਹਿਲਾਂ ਨਾਲੋਂ ਵੀ ਵੱਧ ਬਾਬਾ ਜੀ ਦੀ ਨਜ਼ਰ ਨੂੰ ਖਿੱਚਿਆ। ਸ਼ਾਇਦ ਆਪਣੇ ਇਲਾਕੇ ਦਾ ਵਾਕਿਆ ਹੋਣ ਕਰਕੇ ਤੁਰੇ ਜਾਂਦਿਆਂ ਜਦ ਹੇਠਲੀ ਖਬਰ ਉਹਨਾਂ ਪੜ੍ਹੀ ਤਾਂ ਲੱਤਾਂ ਉਹਨਾਂ ਦੀਆਂ ਡੋਲਣ ਲੱਗ ਪਈਆਂ। ਡਿੱਗ ਪੈਣ ਦੇ ਡਰੋਂ ਉਹ ਲਾਗਲੀ ਬੈਂਚ ਉੱਤੇ ਧੈਂ ਕਰਕੇ ਫੈਲ ਗਏ। ਖਬਰ ਸੀ, ਸਰਗੋਦਾ 18 ਨਵੰਬਰ। ਭੱਲੋਵਾਲ ਚੱਕ ਨੰਬਰ 5 ਦੇ ਸਰਕਾਰੀ ਗਰਾਸ ਫਾਰਮ ਵਿੱਚ ਰਸਾਲਦਾਰ ਗੰਡਾ ਸਿੰਘ ਨੂੰ ਇੱਕ ਜਵਾਨ ਲੜਕੀ ਨੇ ਪਿਸਤੌਲ ਦੀ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਤੇ ਉਸ ਪਿਸਤੌਲ ਦੀ ਦੂਸਰੀ ਗੋਲੀ ਨਾਲ ਕਾਤਿਲਾਂ ਨੇ ਖੁਦਕੁਸ਼ੀ ਕਰ ਲਈ। ਖੂਨਣ ਦੀ ਲੋਥ ਸ਼ਨਾਖਤ ਕੀਤੀ ਜਾ ਚੁੱਕੀ ਹੈ। ਇਹ ਮੌਜ਼ਿਆ ਹਰਨਪੁਰ ਸੋਢੀਆਂ ਦੇ ਇੱਕ ਆਦਮੀ ਬਾਬਾ ਸੁਖਦੇਵ ਸਿੰਘ ਦੀ ਲੜਕੀ ਸੀ। ਪੁਲਿਸ ਨੂੰ ਉਸ ਪਾਸੋਂ ਸਿਵਾਏ ਰਿਵਾਲਵਰ ਦੇ ਹੋਰ ਕੁਝ ਨਹੀਂ ਸੀ ਪ੍ਰਾਪਤ ਹੋਇਆ ਤੇ ਜਾਂ ਲੜਕੀ ਦੀ ਸੱਜੀ ਮੁੱਠ ਵਿੱਚ ਸ਼ਰੀਂ ਦੀ ਇੱਕ ਸੁੱਕੀ ਫਲੀ ਨਿਕਲੀ, ਜਿਹੜੀ ਚੂਰਾ ਹੋਈ ਸੀ। ਬੈਂਚ ਦੀ ਬੈਕ ਨਾਲ ਪਿੱਠ ਜੋੜੀ ਬਾਬਾ ਜੀ 5 ਮਿੰਟ ਫੈਲੇ ਰਹੇ, ਜਿਵੇਂ ਹੋਸ਼ ਹਵਾਸ ਉਹਨਾਂ ਨੂੰ ਜਵਾਬ ਦੇ ਗਏ ਹੋਣ। ਕੁਲੀ ਕਿੱਧਰ ਗਿਆ, ਇਸ ਦਾ ਉਹਨਾਂ ਨੂੰ ਚੇਤਾ ਨਹੀਂ ਸੀ। ਅੱਖਾਂ ਦੀਆਂ ਪੁਤਲੀਆਂ ਵਿੱਚ ਕਾਫੀ ਦੇਰ ਬਾਅਦ ਜਦ ਹਰਕਤ ਹੋਈ ਤਾਂ ਲਾਗੇ ਖਲੋਤੇ ਕੁਲੀ ਨੂੰ ਉਹਨਾਂ ਨੇ ਇਹ ਕਹਿੰਦਿਆਂ ਸੁਣਿਆ, ਕੀ ਗੱਲ ਹੋ ਗਈ ਜਨਾਬ, ਤਬੀਅਤ ਕੁਝ ਖਰਾਬ ਹੋ ਗਈ ਜੇ? ਮੈਂ ਕਿੰਨੀ ਹੀ ਦੂਰੋਂ ਮੁੜ ਕੇ ਆਇਆ ਹਾਂ ਲੱਭਦਾ। ਜਵਾਬ ਵਿੱਚ ਬਾਬਾ ਜੀ ਜਦ ਕੁਝ ਨਾ ਬੋਲੇ ਤਾਂ ਕੁਲੀ ਨੇ ਮੁੜ ਉਹੀ ਵਾਕ ਦੁਹਰਾਏ, ਜਿਸ ਦੇ ਜਵਾਬ ਵਿੱਚ ਉਹ ਅਹਿਮ ਦੇ ਖੰਗੂਰੇ ਮਾਰਨ ਤੋਂ ਬਾਅਦ ਟੁੱਟੇ ਫੁੱਟੇ ਸ਼ਬਦਾਂ ਵਿੱਚ ਬੋਲੇ, ਲਾਲੇ ਮੂਸੇ ਵਾਲੀ ਕੱਟੀ ਮੈਨੂੰ, ਮੈਂ ਹੁਸ। ਤੇ ਬਾਬਾ ਜੀ ਪੂਰੀ ਗੱਲ ਨਾ ਕਰ ਸਕੇ। ਅਖਬਾਰ ਦਾ ਪਰਚਾ ਉਹਨਾਂ ਦੇ ਹੱਥ ਵਿੱਚ ਘੁੱਟਿਆ ਹੋਇਆ ਸੀ ਤੇ ਹੱਥ ਦੇ ਮੁੜਕੇ ਨਾਲ ਪਰਚੇ ਦਾ ਉਨਾ ਕੁ ਹਿੱਸਾ ਭਿੱਜ ਗਿਆ ਸੀ। ਜਦ ਕੁਲੀ ਗੇਟ ਵੱਲ ਜਾਣ ਦੇ ਥਾਂ ਸਾਹਮਣੇ ਪਲੇਟਫਾਰਮ ਵੱਲ ਮੁੜਨ ਲੱਗਾ ਤਾਂ ਬਾਬਾ ਜੀ ਨੇ ਉੱਠਣ ਦਾ ਯਤਨ ਕਰਦਿਆਂ ਉਵੇਂ ਹੀ ਮਰੀ ਹੋਈ ਆਵਾਜ਼ ਵਿੱਚ ਉਸ ਨੂੰ ਪੁਕਾਰਿਆ, ਮੇਰੀ
ਬਾਂਹ ਫੜ ਲੈ। ਕੁਲੀ ਨੇ ਇੱਕ ਹੱਥ ਸਮਾਨ ਨੂੰ ਪਾਇਆ ਹੋਇਆ ਸੀ ਤੇ ਦੂਜੇ ਹੱਥ ਨਾਲ ਬਾਬਾ ਜੀ ਦੀ ਬਾਂਹ ਨੂੰ ਫੜ ਕੇ ਸਾਹਮਣੇ ਗੱਡੀ ਵੱਲ ਤੁਰ ਪਿਆ। ਸਮਾਨ ਟਿਕਾਣ ਤੋਂ ਬਾਅਦ ਜਦ ਕੁਲੀ ਨੇ ਬਾਬਾ ਜੀ ਨੂੰ ਸਹਾਰਾ ਦੇ ਕੇ ਡੱਬੇ ਵਿੱਚ ਦਾਖਲ ਕੀਤਾ ਤਾਂ ਉਹਨਾਂ ਦੀਆਂ ਅੱਖਾਂ ਤਾੜੇ ਲੱਗੀਆਂ ਹੋਈਆਂ ਸਨ।